MA ਪ੍ਰੀਵੀਅਸ ਪੰਜਾਬੀ ਸੈਕੰਡ ਸਮੈਸਟਰ ਵਾਲੇ ਸਟੂਡੈਂਟਸ, ਬੇਟਾ ਅਸੀਂ ਆਪਣਾ 8th ਪੇਪਰ ਕਰ ਰਹੇ ਹਾਂ, ਜਿਹਦੇ 'ਚ ਅਸੀਂ ਵਾਦ ਕਰ ਰਹੇ ਸੀਗੇ। ਅੱਜ ਜਿਹੜਾ ਅਸੀਂ ਵਾਦ ਕਰਨਾ ਹੈ ਉਹਦਾ ਨਾਮ ਹੈ ਮਾਰਕਸਵਾਦ। ਦੇਖੋ ਬੇਟਾ, ਮਾਰਕਸਵਾਦ ਜੋ ਹੈ ਨਾ ਉਹਨੂੰ ਇੱਕ ਫਿਲੋਸਫੀ ਕਹਿ ਲਿਆ ਜਾਂਦਾ ਹੈ। ਮਾਰਕਸਵਾਦ ਇੱਕ ਫਿਲੋਸਫੀ ਹੈ। ਇਹਦੇ ਤੋਂ ਇਲਾਵਾ ਇੱਕ ਪ੍ਰਭਾਵਸ਼ਾਲੀ ਆਲੋਚਨਾ ਵੀ ਹੈ, ਕਿਉਂਕਿ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦੇ ਨਾਂ ਨਾਲ ਇਹਨੂੰ ਜਾਣਿਆ ਵੀ ਜਾਂਦਾ। ਪ੍ਰਭਾਵਸ਼ਾਲੀ ਆਲੋਚਨਾ ਪ੍ਰਣਾਲੀ ਹੈ ਜੋ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਾਹਿਤ ਹੈ, ਵੱਖ-ਵੱਖ ਭਾਸ਼ਾਵਾਂ ਵਿੱਚ ਜਿਹੜਾ ਲਿਟਰੇਚਰ ਲਿਖਿਆ ਜਾਂਦਾ ਹੈ ਨਾ, ਸਾਰੀਆਂ ਹੀ ਭਾਸ਼ਾਵਾਂ ਵਿੱਚ ਲਿਖੇ ਜਾਣ ਵਾਲੇ ਲਿਟਰੇਚਰ ਨੂੰ ਮਾਰਕਸਵਾਦ ਪ੍ਰਭਾਵਿਤ ਕਰਦਾ ਰਿਹਾ। ਕਿਉਂਕਿ ਮਾਰਕਸਵਾਦ ਦਾ ਜਿਹੜਾ ਸੰਬੰਧ ਹੈ ਨਾ, ਮਾਰਕਸਵਾਦ ਦਾ ਜਿਹੜਾ ਸੰਬੰਧ ਹੈ ਉਹ ਸਮਾਜ ਨਾਲ ਹੈ। ਇਹ ਵਰਗ ਸੰਘਰਸ਼ ਦੀ ਗੱਲ ਕਰਦਾ ਹੈ, ਸਭਨਾਂ ਦੀ ਆਰਥਿਕ ਬਰਾਬਰੀ ਦੀ ਗੱਲ ਕਰਦਾ ਹੈ ਮਾਰਕਸਵਾਦ। ਮਾਰਕਸਵਾਦ ਜੋ ਹੈ ਉਹਦਾ ਇੱਕ ਗੱਲ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਸਮਾਜ ਹੈ ਜਾਂ ਤਰੱਕੀ ਦੀ ਕੋਈ ਰਾਹ ਜਿਸ ਨੇ ਮਾਨਵਤਾ ਦਾ ਵਿਕਾਸ ਕੀਤਾ ਨਾ, ਸਮਾਜਵਾਦੀ ਇਹ ਮੰਨਦੇ ਨੇ ਕਿ ਜਿਹੜਾ ਸਮਾਜ ਹੈ ਜਾਂ ਤਰੱਕੀ ਦੀ ਕੋਈ ਰਾਹ ਜਿਸ ਨੇ ਮਾਨਵਤਾ ਦਾ ਵਿਕਾਸ ਕੀਤਾ, ਉਹ ਕੋਈ ਰੱਬ ਨੇ ਨਹੀਂ ਕਰਾਇਆ ਉਹ ਵਿਕਾਸ, ਉਹ ਕੋਈ ਦੈਵੀ ਸ਼ਕਤੀ ਨੇ ਨਹੀਂ ਕਰਾਇਆ। ਸਗੋਂ ਇਹ ਵਿਕਾਸ ਮਤਲਬ ਕਿ ਸਮਾਜ ਦਾ ਜਿਹੜਾ ਵਿਕਾਸ ਹੁੰਦਾ ਨਾ, ਉਹਨੂੰ ਰੱਬ ਨਹੀਂ ਕਰਾਉਂਦਾ ਹੁੰਦਾ। ਉਸ ਵਿਕਾਸ ਨੂੰ ਜੋ ਹੈ ਉਹ ਵਿਕਾਸ ਜੋ ਹੈ ਸਮਾਜਿਕ ਵਿਕਾਸ ਅਤੇ ਆਰਥਿਕ ਬਰਾਬਰੀ ਦੇ ਹਿੱਤਾਂ ਨਾਲ ਹੁੰਦਾ ਹੈ। ਸਮਾਜ ਦਾ ਜਦੋਂ ਵੀ ਕਦੇ ਵਿਕਾਸ ਹੋਏਗਾ, ਉਹ ਵਿਕਾਸ ਜੋ ਹੈ ਰੱਬ ਨਹੀਂ ਕਰਵਾਉਂਦਾ ਉਸ ਵਿਕਾਸ ਨੂੰ। ਉਹ ਵਿਕਾਸ ਜੋ ਹੈ ਆਰਥਿਕ ਬਰਾਬਰੀ ਅਤੇ ਸਮਾਜਿਕ ਵਿਕਾਸ ਦੇ ਨਾਲ ਹੁੰਦਾ। ਉਹ ਜਦੋਂ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਦੇ ਨੇ। ਅਤੇ ਪੰਜਾਬੀ ਸਾਹਿਤ 'ਚ ਜੇਕਰ ਆਪਾਂ ਗੱਲ ਕਰੀਏ ਕਿ ਕਿਹੜੇ ਕਿਹੜੇ ਸਾਡੇ ਪੰਜਾਬੀ ਦੇ ਰਾਈਟਰ ਜਿਹੜੇ ਨੇ ਮਾਰਕਸਵਾਦੀ ਰਹੇ, ਵੈਸੇ ਅਸੀਂ ਸਾਰੇ ਜਿਹੜੇ ਵਾਦ ਨੇ ਉਹਨਾਂ ਵਿੱਚ ਲਾਸਟ ਵਿੱਚ ਇਹ ਗੱਲ ਕੀਤੀ ਹੈਗੀ ਹੈ। ਇੱਥੇ ਤੁਸੀਂ ਨੋਟ ਕਰ ਲੈਣਾ, ਇਹ ਵਾਲੀਆਂ ਓਰਲ ਵੀ ਜਿਹੜੀਆਂ ਗੱਲਾਂ ਮੈਂ ਬੋਲ ਰਹੀ ਹੈਗੀਆਂ। ਪੰਜਾਬੀ 'ਚ ਸੇਖੋਂ, ਸੰਤ ਸਿੰਘ ਸੇਖੋਂ, ਪ੍ਰੋਫੈਸਰ ਕਿਸ਼ਨ ਸਿੰਘ, ਰਵਿੰਦਰ ਰਵੀ, TR ਵਿਨੋਦ, ਕੇਸਰ ਸਿੰਘ ਕੇਸਰ, ਸੁਰਜੀਤ ਸਿੰਘ ਭੱਟੀ ਆਦਿ ਜਿਹੜੇ ਵਿਦਵਾਨ ਨੇ ਨਾ, ਇਹਨਾਂ ਨੇ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਨਾਲ ਆਪਣੀ ਪ੍ਰਤੀਬੱਧਤਾ ਦਿਖਾਈ। ਉਹਦੇ ਨਾਲ ਖੜ੍ਹੇ ਹੋਏ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਨਾਲ, ਅਤੇ ਆਪਣੀਆਂ ਸਾਹਿਤਕ ਰਚਨਾਵਾਂ ਵਿੱਚ ਜੋ ਹੈ ਮਾਰਕਸਵਾਦੀ ਵਿਚਾਰਧਾਰਾ ਨੂੰ ਥਾਂ ਦਿੱਤੀ। ਹੁਣ ਦੇਖੋ, ਜਦੋਂ ਆਪਾਂ ਮਾਰਕਸਵਾਦੀ ਕਿ ਇਹ ਸ਼ੁਰੂ ਕਿਵੇਂ ਹੋਇਆ, ਜਿਵੇਂ ਅਸੀਂ ਦੂਜੇ ਵਾਦਾਂ ਦੀ ਵੀ ਗੱਲ ਕੀਤੀ ਕਿ ਫਲਾਣੇ ਵਿਦਵਾਨ ਦੇ ਸਹਿਯੋਗ ਨਾਲ ਹੋਇਆ, ਫਲਾਣੇ ਦੇ। ਅਤੇ ਮਾਰਕਸਵਾਦ ਜੋ ਹੈ ਇਹਦਾ ਵੈਸੇ ਤੁਹਾਨੂੰ ਪਤਾ ਹੈ, ਕਿਉਂਕਿ ਜਿਹੜੇ ਬੱਚੇ ਹਿਸਟਰੀ ਪੜ੍ਹ ਕੇ ਆਏ ਹੁੰਦੇ ਨੇ ਉਹਨਾਂ ਨੂੰ ਇਹ ਗੱਲਾਂ ਪਤਾ ਹੁੰਦੀਆਂ ਨੇ। ਮਾਰਕਸਵਾਦ ਇੱਕ ਅਜਿਹਾ ਦਰਸ਼ਨ ਹੈ ਜੋ 19ਵੀਂ ਸਦੀ ਵਿੱਚ ਕਾਰਲ ਮਾਰਕਸ, ਜਿਹਦਾ ਸਮਾਂ ਸੀਗਾ 1818 ਤੋਂ 1883 ਤੱਕ, ਅਤੇ ਫਰੈਡਰਿਕ ਐਂਗਲਸ, ਉਹਦਾ ਮਿੱਤਰ ਸੀਗਾ ਫਰੈਡਰਿਕ ਐਂਗਲਸ, 1820 ਤੋਂ 1855 ਤੱਕ ਇਹਦਾ ਸਮਾਂ ਹੈ। ਦੋਹਾਂ ਦੀਆਂ ਮਤਲਬ ਕਿ ਕਾਰਲ ਮਾਰਕਸ ਅਤੇ ਫਰੈਡਰਿਕ ਐਂਗਲਸ ਦੋਹਾਂ ਦੀਆਂ ਸਾਹਿਤਕ ਸਥਾਪਨਾਵਾਂ ਦੇ ਫਲਸਰੂਪ ਮਾਰਕਸਵਾਦੀ ਵਿਚਾਰਧਾਰਾ ਜਿਹੜੀ ਆ ਉਹ ਹੋਂਦ 'ਚ ਆਈ ਦੋਹਾਂ ਦੇ। ਇਹ ਇੱਕ ਅਜਿਹਾ ਦਰਸ਼ਨ ਹੈ ਜੋ ਆਪਣੇ ਸਿਰਜਣਾਤਮਕ ਅਤੇ ਇਨਕਲਾਬੀ ਸਿਧਾਂਤ ਵਜੋਂ ਸਰਬ ਪ੍ਰਵਾਨਿਤ ਹੋਇਆ। ਕਿਉਂਕਿ ਬੇਟਾ ਇਨਕਲਾਬ ਜੋ ਹੈ ਨਾ ਉਹ ਸਾਰਿਆਂ ਦੇ ਖੂਨ ਵਿੱਚ ਹੁੰਦਾ ਹੈ। ਇਨਕਲਾਬੀ ਇੱਕ ਕੀੜੀ ਵੀ ਇਨਕਲਾਬੀ ਹੋ ਸਕਦੀ ਹੈ। ਅਤੇ ਇਸ ਲਈ ਜੋ ਹੈ ਸਰਬ ਪ੍ਰਵਾਨਿਤ ਕਿਉਂ ਹੋਇਆ ਮਾਰਕਸਵਾਦ, ਕਿਉਂਕਿ ਇਹ ਅਜਿਹਾ ਦਰਸ਼ਨ ਹੈ ਕਿ ਇਹਦੀ ਬਣਤਰ ਜੋ ਹੈ ਨਾ ਉਹ ਇਨਕਲਾਬੀ ਸਿਧਾਂਤਾਂ ਵਜੋਂ ਪ੍ਰਵਾਨਿਤ ਹੋਈ। ਇਹਦੀ ਬਣਤਰ ਮਾਰਕਸਵਾਦ ਸਾਰੀ ਪ੍ਰਕਿਰਤੀ, ਸਮਾਜ ਅਤੇ ਚਿੰਤਨ ਵਿੱਚ ਕਾਰਜਸ਼ੀਲ ਨੇਮਾਂ ਦੀ ਗਤੀਸ਼ੀਲਤਾ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣ 'ਤੇ ਜ਼ੋਰ ਦਿੰਦਾ ਹੈ। ਜਿਵੇਂ ਬਹੁਤ ਸਾਰੀਆਂ ਗੱਲਾਂ ਨੂੰ ਅਸੀਂ ਰੱਬ ਨਾਲ ਜੋੜ ਦਿੰਦੇ ਹੈਗੇ ਹਾਂ ਕਿ ਜਿਵੇਂ ਪਰਮਾਤਮਾ ਦੀ ਮਰਜ਼ੀ ਉਵੇਂ ਹੋਏਗਾ, ਪਰ ਮਾਰਕਸਵਾਦੀ ਜਿਹੜੇ ਨੇ ਨਾ ਉਹ ਕਹਿੰਦੇ ਨੇ ਕਿ ਬੰਦੇ ਨੂੰ ਆਪ ਉੱਦਮ ਕਰਨਾ ਪਏਗਾ। ਜਿਹੜੇ ਸਮਾਜਵਾਦੀ ਨੇ, ਜਿਹੜੇ ਸਮਾਜ ਦਾ ਸੁਧਾਰ ਕਰਨ ਵਾਲੇ ਨੇ, ਉਹਨਾਂ ਨੂੰ ਆਪ ਉੱਦਮ ਕਰਨਾ ਪਏਗਾ। ਇਹਦੇ 'ਚ ਰੱਬ ਕੁਛ ਨਹੀਂ ਕਰੇਗਾ। ਇਸ ਲਈ ਇਹ ਸਾਰੀ ਪ੍ਰਕਿਰਤੀ ਨੂੰ, ਸਮਾਜ ਨੂੰ ਅਤੇ ਚਿੰਤਨ ਵਿੱਚ ਕਾਰਜਸ਼ੀਲ ਨਿਯਮਾਂ ਨੂੰ ਗਤੀਸ਼ੀਲਤਾ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ, ਸਾਇੰਟੀਫਿਕ ਦ੍ਰਿਸ਼ਟੀਕੋਣ ਤੋਂ ਸਮਝਣ ਉੱਤੇ ਜ਼ੋਰ ਦਿੰਦੇ ਨੇ। ਮਾਰਕਸਵਾਦ
ਦਾ ਮੂਲ ਸਿਧਾਂਤ ਜੋ ਹੈ ਉਹ ਦਵੰਦਵਾਦੀ ਪਦਾਰਥਵਾਦ ਹੈ। ਕੀ ਹੈ? ਦਵੰਦਵਾਦੀ ਪਦਾਰਥਵਾਦ ਹੈ, ਜਿਸ ਅਨੁਸਾਰ, ਕਿਹਦੇ ਅਨੁਸਾਰ? ਦਵੰਦਵਾਦੀ ਪਦਾਰਥਵਾਦ ਅਨੁਸਾਰ ਸੰਸਾਰ ਅਤੇ ਸਮਾਜ ਦਾ ਆਪਣੀ ਉਚੇਰੀ ਅਵਸਥਾ ਵੱਲ ਜਾਣ ਦਾ ਕਾਰਨ ਕੁਦਰਤ ਨਾਲ ਸੰਬੰਧ ਨਹੀਂ, ਸਗੋਂ ਸਮਾਜ ਦੀ ਮੂਲ ਪ੍ਰਕਿਰਤੀ ਨਾਲ ਇਹਦਾ ਸੰਬੰਧ ਹੈ। ਕਿ ਜੇਕਰ ਸਮਾਜ ਉਚੇਰੀ ਅਵਸਥਾ ਵੱਲ ਜਾ ਰਿਹਾ ਹੈ, ਉਹ ਨੇਚਰ ਕਰਕੇ ਨਹੀਂ ਜਾ ਰਿਹਾ ਕਿ ਕੁਦਰਤੀ ਜਾ ਰਿਹਾ ਹੈਗਾ, ਸਾਰੇ ਤਰੱਕੀ ਕਰ ਰਹੇ ਨੇ, ਨਹੀਂ, ਉਹ ਤਾਂ ਜਾਂਦਾ ਹੈ ਕਿਉਂਕਿ ਸਮਾਜ ਦੀ ਮੂਲ ਪ੍ਰਕਿਰਤੀ ਨਾਲ ਉਹਦਾ ਸੰਬੰਧ ਹੁੰਦਾ ਹੈ। ਅਗਲੀਆਂ ਲਾਈਨਾਂ ਨੇ, ਇਹਨਾਂ ਸਮਾਜ ਦੇ ਵਿਕਾਸ ਦੇ ਨਿਯਮਾਂ ਦਾ ਗਿਆਨ ਹਾਸਿਲ ਕਰਕੇ ਹੀ ਜੋ ਹੈ ਮਨੁੱਖ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਜਦੋਂ ਸਮਾਜ ਦੀ ਤਰੱਕੀ ਦੇ ਰਾਹ ਜਾਂ ਗਿਆਨ ਬੰਦੇ ਨੂੰ ਪ੍ਰਾਪਤ ਹੋ ਜਾਏਗਾ ਨਾ, ਤਾਂ ਹੀ ਜੋ ਹੈ ਉਹ ਮਨੁੱਖ ਜੋ ਹੈ ਸਮਾਜ ਦੀ ਸਿਰਜਣਾ ਕਰ ਸਕਦਾ, ਇੱਕ ਵਧੀਆ ਸਮਾਜ ਦੀ, ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਪ੍ਰਾਪਤ ਹੋਵੇ। ਚਲੋ ਜੀ ਨੈਕਸਟ ਪੇਜ 'ਤੇ ਦੇਖਦੇ ਹਾਂ। ਮਾਰਕਸਵਾਦ ਸਮੁੱਚੇ ਸੰਸਾਰ ਦੀ ਕਾਇਆ ਪਲਟੀ ਅਤੇ ਲੁੱਟ ਖਸੁੱਟ ਰਹਿਤ ਸਮਾਜ ਦੀ ਸਥਾਪਨਾ ਲਈ ਸੰਘਰਸ਼ ਕਰ ਰਹੀ ਮਜ਼ਦੂਰ ਜਮਾਤ ਦੀ ਪ੍ਰਤੀਨਿਧਤਾ ਕਰਦਾ ਹੈ। ਮਤਲਬ ਕਿ ਆਮ ਬੰਦੇ ਦੀ ਪ੍ਰਤੀਨਿਧਤਾ ਕਰਦਾ ਹੈ, ਕਿਉਂਕਿ ਜਦੋਂ ਆਮ ਬੰਦਾ ਕੋਈ ਤਰੱਕੀ ਕਰੇਗਾ ਤਾਂ ਹੀ ਸਮਾਜ ਨੂੰ ਤਰੱਕੀ ਕੀਤਾ ਮੰਨਿਆ ਜਾਏਗਾ। ਅਮੀਰ ਤੇ ਜਿਹੜੇ ਨੇ ਉਹ ਅਮੀਰ ਹੁੰਦੇ ਹੀ ਨੇ ਹਮੇਸ਼ਾ ਤੋਂ, ਇਸ ਲਈ ਆਮ ਬੰਦੇ ਦੀ ਪ੍ਰਤੀਬੱਧਤਾ ਕਰਨ ਵਾਲਾ ਵਾਦ ਹੈ। ਕੇਂਦਰੀ ਸੂਤਰ ਜੋ ਹੈ ਇਹਦਾ ਜੋ ਹੈ ਉਹ ਮਾਰਕਸਵਾਦੀ ਕੇਂਦਰੀ ਸੂਤਰ ਦੀ ਜਦੋਂ ਆਪਾਂ ਇਹਦੇ ਦੀ ਗੱਲ ਕਰੀਏ ਕਿ ਮਾਰਕਸਵਾਦੀ ਦਰਸ਼ਨ ਦਾ ਕੇਂਦਰੀ ਸੂਤਰ ਮਾਰਕਸ ਦਾ ਉਹ ਕਥਨ ਹੈ, ਕਾਰਲ ਮਾਰਕਸ ਦਾ ਉਹ ਕਥਨ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਵੱਖ-ਵੱਖ ਚਿੰਤਨ ਸਮਾਜ ਦੇ ਵੱਖਰੇ ਵੱਖਰੇ ਢੰਗ ਨਾਲ ਵਿਆਖਿਆ ਕਰਦੇ ਨੇ, ਜਦੋਂ ਕਿ ਲੋੜ ਸਮਾਜ ਦੀ ਪਰਿਭਾਸ਼ਾ ਦੇਣ ਦੀ ਨਹੀਂ ਹੈ ਕਿ ਸਮਾਜ ਕੀ ਹੁੰਦਾ ਹੈ, ਸਮਾਜ ਦੀ ਵਿਆਖਿਆ ਕਰਨ ਦੀ ਨਹੀਂ ਹੈ, ਸਗੋਂ ਸਮਾਜ ਦੇ ਬਦਲਾਵ ਦੀ ਹੈਗੀ ਹੈ ਲੋੜ, ਕਿ ਸਮਾਜ ਵਿੱਚ ਬਦਲਾਵ ਕਿਸ ਢੰਗ ਨਾਲ ਆਏ। ਆਪਣੇ ਆਪ ਨਾਲ, ਮਤਲਬ ਕਿ ਇਹ ਨਹੀਂ ਕਿ ਸਮਾਜ, ਹਾਂਜੀ ਸਮਾਜ ਕੀ ਹੈ, ਇਹ ਗੱਲ ਕਰਨ ਦੀ ਲੋੜ ਨਹੀਂ। ਕਹਿੰਦੇ ਸਮਾਜ ਵਿੱਚ ਬਦਲਾਵ ਲਿਆਉਣ ਦੀ ਜ਼ਰੂਰਤ ਹੈਗੀ ਹੈ ਤਾਂ ਜੋ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲੇ, ਸਾਰੇ ਜਿਹੜੇ ਨੇ ਆਰਥਿਕ ਪੱਖੋਂ ਬਰਾਬਰ ਹੋਣ। ਜਦਕਿ ਸਵਾਲ ਸਮਾਜ ਦੀ ਵਿਆਖਿਆ ਕਰਨ ਦਾ ਨਹੀਂ, ਸਗੋਂ ਸਮਾਜ ਨੂੰ ਬਦਲਣ ਦਾ ਹੈ, ਅਤੇ ਸਮਾਜ ਦਾ ਬਦਲਾਵ ਮਾਰਕਸਵਾਦੀ ਚਿੰਤਨ ਨੂੰ ਆਧਾਰ ਬਣਾ ਕੇ ਹੀ ਹੋ ਸਕਦਾ ਹੈ। ਨੈਕਸਟ ਹੈ, ਮਾਰਕਸਵਾਦੀ ਵਿਚਾਰ ਇਹ ਵੀ ਵਿਚਾਰ ਪੇਸ਼ ਕਰਦੇ ਹਨ ਕਿ ਸੰਸਾਰ ਦੀ ਨਿਰੋਲ ਬੌਧਿਕ ਵਿਆਖਿਆ ਹੀ ਨਾ ਕੀਤੀ ਜਾਏ, ਕਿ ਸੰਸਾਰ ਕੀ ਹੈ ਇਹ ਵਿਆਖਿਆ ਨਾ ਕੀਤੀ ਜਾਏ, ਸਗੋਂ ਸੰਸਾਰ ਵਿੱਚ ਇਨਕਲਾਬੀ ਤਬਦੀਲੀ ਜਿਹੜੀ ਹੈ ਨਾ ਉਹ ਲਿਆਉਣੀ ਵੀ ਬੜੀ ਜ਼ਰੂਰੀ ਹੈਗੀ ਹੈ, ਕਿ ਸਾਰੇ ਜਿਹੜੇ ਨੇ ਆਪਣੇ ਹੱਕਾਂ ਪ੍ਰਤੀ ਅਵੇਅਰ ਰਹਿਣ, ਇਹ ਤਬਦੀਲੀ ਲਿਆਉਣੀ ਬੜੀ ਜ਼ਰੂਰੀ ਹੈਗੀ ਹੈ। ਫਿਰ ਹੈ ਮਾਰਕਸਵਾਦੀਆਂ ਅਨੁਸਾਰ ਗੁਲਾਮਦਾਰੀ ਯੁੱਗ ਤੋਂ ਲੈ ਕੇ ਪੂੰਜੀਵਾਦੀ ਯੁੱਗ ਤੱਕ, ਗੁਲਾਮਦਾਰੀ ਯੁੱਗ ਸੀਗਾ ਨਾ, ਉਹਦੇ ਤੋਂ ਲੈ ਕੇ ਜਦੋਂ ਲੋਕਾਂ ਨੂੰ ਗੁਲਾਮ ਬਣਾ ਕੇ, ਦਾਸ ਬਣਾ ਕੇ ਉਹਨਾਂ ਤੋਂ ਸਾਰੇ ਕੰਮ ਕਰਾਏ ਜਾਂਦੇ ਸੀ, ਉਹਦੇ ਤੋਂ ਲੈ ਕੇ ਪੂੰਜੀਵਾਦੀ ਯੁੱਗ ਤੱਕ ਸਾਡੇ ਸਮਾਜ ਦਾ ਇਤਿਹਾਸ ਜੋ ਹੈ ਨਾ ਲੁੱਟ ਖਸੁੱਟ ਰਹਿਤ ਅਤੇ ਸ਼੍ਰੇਣੀ ਰਹਿਤ ਸਮਾਜ ਵਿੱਚ ਜਿਹੜਾ ਇੱਥੇ ਗਲਤੀ ਹੋ ਗਈ ਕਿ ਮਾਰਕਸਵਾਦੀਆਂ ਅਨੁਸਾਰ ਜਿਹੜਾ ਗੁਲਾਮਦਾਰੀ ਯੁੱਗ ਤੋਂ ਲੈ ਕੇ ਪੂੰਜੀਵਾਦੀ ਯੁੱਗ ਤੱਕ ਸਾਡੇ ਸਮਾਜ ਦਾ ਇਤਿਹਾਸ ਜਿਹੜਾ ਹੈ ਨਾ ਉਹ ਲੁੱਟ ਖਸੁੱਟ ਦਾ ਇਤਿਹਾਸ ਹੈ, ਅਤੇ ਇਸ ਸਮਾਜ ਨੂੰ ਲੁੱਟ ਖਸੁੱਟ ਰਹਿਤ ਅਤੇ ਸ਼੍ਰੇਣੀ ਰਹਿਤ ਸਮਾਜ ਵਿੱਚ ਤਾਂ ਹੀ ਬਦਲਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਸਮਾਜ ਨੂੰ ਗਤੀ ਦੇਣ ਵਾਲੇ ਨਿਯਮਾਂ ਦੀ ਜਿਹੜੀ ਹੈ ਉਹ ਜਾਣਕਾਰੀ ਪ੍ਰਾਪਤ ਕਰਾਂਗੇ। ਮਤਲਬ ਕਿ ਅਸੀਂ ਸਾਰੇ ਅਵੇਅਰ ਹੋਈਏ ਕਿ ਕਿਹੜੇ ਨਿਯਮਾਂ ਦੇ ਨਾਲ ਜੋ ਹੈ ਸਮਾਜ ਤਰੱਕੀ ਕਰ ਸਕਦਾ ਹੈ। ਇਸ ਤਰ੍ਹਾਂ ਮਾਰਕਸਵਾਦੀਆਂ ਦਾ ਵਿਚਾਰ ਹੈ ਕਿ ਕੁਦਰਤ ਅਤੇ ਸਮਾਜ ਦੀ ਤਬਦੀਲੀ ਦੇ ਨਿਯਮਾਂ ਨੂੰ ਭਲੀ ਭਾਂਤ ਸਮਝ ਕੇ ਹੀ ਮਜ਼ਦੂਰ ਜਮਾਤ ਲਈ ਤਬਦੀਲੀ, ਪਰਿਵਰਤਨ ਅਤੇ ਇਨਕਲਾਬ ਦਾ ਰਾਹ ਜੋ ਹੈ ਉਹ ਲੱਭਿਆ ਜਾ ਸਕਦਾ ਹੈ। ਮਤਲਬ ਕਿ ਲੋੜ ਕਿਹਦੇ ਲਈ ਹੈ ਸਮਾਜ ਨੂੰ ਬਦਲਣ ਦੀ? ਆਮ ਬੰਦੇ ਲਈ। ਅਮੀਰਾਂ ਲਈ ਨੂੰ ਤਾਂ ਸਮਾਜ ਵਿੱਚ ਕੋਈ ਪ੍ਰੋਬਲਮ ਨਹੀਂ, ਪ੍ਰੋਬਲਮ ਜੋ ਹੈ ਆਰਥਿਕ ਪੱਖੋਂ ਉਹ ਗਰੀਬ ਮਜ਼ਦੂਰ ਜਮਾਤ ਸ਼੍ਰੇਣੀ ਨੂੰ ਹੈ, ਅਤੇ ਇਸ ਲਈ ਇਹ ਜ਼ਰੂਰਤ ਹੈ ਕਿ ਕੁਦਰਤ ਅਤੇ ਸਮਾਜ ਦੀ ਤਬਦੀਲੀ ਦੇ ਨਿਯਮਾਂ ਨੂੰ ਸਮਝ ਕੇ ਮਜ਼ਦੂਰ ਜਮਾਤ ਲਈ ਤਬਦੀਲੀ, ਪਰਿਵਰਤਨ ਅਤੇ ਇਨਕਲਾਬ ਦਾ ਰਾਹ ਜੋ ਹੈ ਉਹ ਲੱਭਿਆ ਜਾ ਸਕਦਾ ਹੈ, ਉਹ ਲੱਭਿਆ ਜਾਵੇ। ਮਾਰਕਸਵਾਦ
ਜੋ ਹੈ ਇਹਦਾ ਨਾਮ ਹੈ, ਮਤਲਬ ਇਹਦਾ ਇਸ ਵਿਚਾਰਧਾਰਾ ਦਾ ਨਾਮ, ਇਹਦਾ ਵਾਦ ਦਾ ਨਾਂ ਜੋ ਹੈ ਉਹ ਮਾਰਕਸਵਾਦ ਕਿਉਂ ਹੈ, ਕਿਉਂ ਕਿਹਾ ਜਾਂਦਾ ਇਹਨੂੰ ਮਾਰਕਸਵਾਦ? ਕਿਉਂਕਿ ਸਮਾਜ ਤੇ ਪ੍ਰਕਿਰਤੀ ਦੇ ਸੰਬੰਧੀ ਸਿਧਾਂਤਾਂ ਨੂੰ ਕਾਰਲ ਮਾਰਕਸ ਨੇ ਪੇਸ਼ ਕੀਤਾ ਸੀਗਾ। ਸ਼ੁਰੂ 'ਚ ਵੈਸੇ ਅਸੀਂ ਇਹ ਗੱਲ ਕਰ ਲਈ, ਅਤੇ ਉਹਦੇ ਮਿੱਤਰ ਫਰੈਡਰਿਕ ਐਂਗਲਸ ਦੇ ਸਹਿਯੋਗ ਨਾਲ ਇਸ ਵਾਦ ਨੂੰ ਨਿਰੰਤਰਤਾ ਪ੍ਰਾਪਤ ਹੋਈ। ਕਾਰਲ ਮਾਰਕਸ ਦੇ ਨਾਮ 'ਤੇ ਹੀ ਇਹਨੂੰ ਜੋ ਹੈ ਇਹਨੂੰ ਮਾਰਕਸਵਾਦ ਕਿਹਾ ਜਾਂਦਾ ਹੈ। ਹੁਣ ਜੋ ਹੈ ਜੇਕਰ ਆਪਾਂ ਇਹ ਗੱਲ ਕਰੀਏ ਕਿ ਮਾਰਕਸਵਾਦੀ ਆਲੋਚਨਾ ਕੀ ਹੈਗੀ ਹੈ, ਅਜਿਹੀ ਆਲੋਚਨਾ ਜੋ ਸਾਹਿਤ ਦੇ ਅਧਿਐਨ ਲਈ ਮਾਰਕਸਵਾਦੀ ਫਲਸਫੇ ਨੂੰ ਸਿਧਾਂਤਕ ਆਧਾਰ ਸਵੀਕਾਰ ਕਰਦੀ ਹੈ ਨਾ, ਉਹਨੂੰ ਜੋ ਹੈ ਮਾਰਕਸਵਾਦੀ ਆਲੋਚਨਾ ਕਿਹਾ ਜਾਂਦਾ ਹੈ। ਕਾਰਲ ਮਾਰਕਸ ਦੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਬਹੁਤ ਦਿਲਚਸਪੀ ਸੀ। ਕਾਰਲ ਮਾਰਕਸ ਜੋ ਸੀਗਾ ਨਾ, ਜਿਹਦੇ ਨਾਮ 'ਤੇ ਇਹ ਵਿਚਾਰਧਾਰਾ ਚੱਲ ਰਹੀ ਹੈ, ਇਹ ਵਾਦ ਚੱਲ ਰਿਹਾ ਹੈ, ਬਹੁਤ ਉਹਨੂੰ ਦਿਲਚਸਪੀ ਸੀ। ਪਰ ਉਹਦੀ ਵੱਡੀ ਪ੍ਰਾਪਤੀ ਜੋ ਹੈ ਨਾ ਉਹ ਰਾਜਨੀਤਿਕ ਅਤੇ ਆਰਥਿਕ ਲਿਖਤਾਂ ਕਰਕੇ ਸੀਗੀ। ਮਤਲਬ ਕਿ ਕਾਰਲ ਮਾਰਕਸ ਨੇ ਜੋ ਕੁਛ ਵੀ ਲਿਖਿਆ ਨਾ, ਉਹਨੇ ਜੋ ਹੈ ਜਾਂ ਤਾਂ ਉਹਨੇ ਰਾਜਨੀਤੀ ਨਾਲ ਸੰਬੰਧਿਤ ਲਿਖਿਆ ਜਾਂ ਉਹਨੇ ਆਰਥਿਕਤਾ ਨਾਲ ਸੰਬੰਧਿਤ ਲਿਖਿਆ। ਸਮਾਜ ਨਾਲ ਸੰਬੰਧਿਤ ਉਹਨੇ ਕੁਛ ਨਹੀਂ ਲਿਖਿਆ, ਨਹੀਂ ਸਾਹਿਤ ਨਾਲ ਸੰਬੰਧਿਤ ਉਹਨੇ ਕੁਛ ਨਹੀਂ ਲਿਖਿਆ। ਪਰ ਫਿਰ ਵੀ ਜੋ ਹੈ ਦੇਖੋ ਉਹਦਾ ਜਿਹੜਾ ਯੋਗਦਾਨ ਹੈ, ਬਹੁਤ ਵੱਡਾ ਉਹਦਾ ਯੋਗਦਾਨ ਹੈ ਮਾਰਕਸਵਾਦੀ ਵਿਚਾਰਧਾਰਾ ਵਿੱਚ। ਸਾਹਿਤ ਤੇ ਕਲਾ ਦੇ ਖੇਤਰ ਵਿੱਚ ਉਹਦੀ ਬਹੁਤ ਵੱਡੀ ਦਿਲਚਸਪੀ ਸੀ, ਪਰ ਉਹਦੀਆਂ ਬਹੁਤੀਆਂ ਜਿਹੜੀਆਂ ਵੱਡੀਆਂ ਲਿਖਤਾਂ ਨੇ ਉਹ ਰਾਜਨੀਤੀ ਅਤੇ ਆਰਥਿਕਤਾ ਨਾਲ ਸੰਬੰਧਿਤ ਨੇ। ਸਾਹਿਤ ਸੰਬੰਧੀ ਤਾਂ ਉਸ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਖਿਲਰੀਆਂ ਖਿੰਡਰੀਆਂ ਨੇ ਅਤੇ ਸੰਕੇਤਕ ਹਨ। ਕਾਰਲ ਮਾਰਕਸ ਅਤੇ ਐਂਗਲਸ ਦੇ ਜੀਵਨ ਕਾਲ ਤੋਂ ਆਰੰਭ ਤੋਂ ਹੀ ਅੱਜ ਤੱਕ ਮਾਰਕਸਵਾਦੀ ਸਾਹਿਤ ਚਿੰਤਨ ਦੀ ਇੱਕ ਵਿਸ਼ਾਲ ਪਰੰਪਰਾ ਹੈ। ਜਦੋਂ ਤੋਂ 1818 ਵਿੱਚ ਕਾਰਲ ਮਾਰਕਸ ਦਾ ਜਨਮ ਹੋਇਆ ਅਤੇ ਜਦੋਂ ਉਹਨੇ ਵੱਡਾ ਹੋ ਕੇ ਜਦੋਂ ਉਹਨੇ ਇਸ ਦਰਸ਼ਨ ਨੂੰ ਜੋ ਹੈ ਪ੍ਰਫੁੱਲਿਤ ਕੀਤਾ, ਉਹਨੇ ਇਹ ਵਿਚਾਰਧਾਰਾ ਸਭ ਦੇ ਸਾਹਮਣੇ ਰੱਖੀ, ਉਸ ਵੇਲੇ ਤੋਂ ਲੈ ਕੇ ਜੋ ਹੈ ਇਹਦੀ ਇੱਕ ਬਹੁਤ ਵੱਡੀ ਪਰੰਪਰਾ ਹੈ ਮਾਰਕਸਵਾਦ ਦੀ। ਅਤੇ ਮਾਰਕਸਵਾਦੀਆਂ ਨੇ ਕੁਛ ਇੱਕ ਧਾਰਨਾਵਾਂ ਨੇ, ਕਿਹੜੀਆਂ ਧਾਰਨਾਵਾਂ ਨੂੰ ਲੈ ਕੇ, ਜਿਵੇਂ ਬੇਟਾ ਮੈਂ ਅਸਤਿਤਵਵਾਦ ਵਾਲੇ ਕੁਐਸਚਨ ਵਿੱਚ ਤੁਹਾਨੂੰ ਦੱਸਿਆ ਸੀ ਨਾ ਕਿ ਉਹ ਜੋ ਹੈ ਆਪਣੀ ਕੋਈ ਸਾਂਝੀ ਵਿਚਾਰਧਾਰਾ ਬਣਾਉਣ ਵਿੱਚ ਅਸਫਲ ਰਹੇ, ਪਰ ਮਾਰਕਸਵਾਦੀ ਜਿਹੜੇ ਸੀਗੇ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਬਿਲਕੁਲ ਸਪਸ਼ਟ ਸੀਗੀ, ਜਿਹਦੇ 'ਚ ਉਹ ਸਮਾਜ ਦੀ ਤਰੱਕੀ ਦੀ ਗੱਲ ਕਰਦੇ ਨੇ, ਆਰਥਿਕ ਬਰਾਬਰੀ ਦੀ ਗੱਲ ਕਰਦੇ ਨੇ। ਅਤੇ ਇਸ ਲਈ ਜੋ ਹੈ ਇਹ ਬਹੁਤ ਪ੍ਰਫੁੱਲਿਤ ਹੋਇਆ। ਅਤੇ ਕਿਹੜੀਆਂ ਧਾਰਨਾਵਾਂ ਨੇ ਮਾਰਕਸਵਾਦੀਆਂ ਦੀਆਂ, ਆਓ ਅਗਲੇ ਪੇਜ 'ਤੇ ਗੱਲ ਕਰ ਲਈਏ। ਆਓ ਬੇਟਾ ਮਾਰਕਸਵਾਦ ਦੀਆਂ ਧਾਰਨਾਵਾਂ ਵੇਖ ਲਈਏ। ਮਾਰਕਸਵਾਦੀ ਆਲੋਚਨਾ ਪ੍ਰਣਾਲੀ ਪਾਠਕ ਅੰਦਰ ਸਮਾਜਿਕ ਯਥਾਰਥ ਪ੍ਰਤੀ ਚੇਤਨਾ, ਸਮਾਜਿਕ ਯਥਾਰਥ ਮਤਲਬ ਸਮਾਜਿਕ ਰਿਐਲਿਟੀ ਪ੍ਰਤੀ ਚੇਤਨਾ ਆਵੇ, ਮਤਲਬ ਕਿ ਉਹਨਾਂ ਦੇ ਲਿਟਰੇਚਰ ਨੂੰ ਪੜ੍ਹ ਕੇ ਉਹਦੇ ਪ੍ਰਤੀ ਪਾਠਕ ਅਵੇਅਰ ਹੋਣ ਸਮਾਜਿਕ ਯਥਾਰਥ ਪ੍ਰਤੀ, ਅਤੇ ਗਿਆਨ ਪੈਦਾ ਕਰਨਾ ਚਾਹੁੰਦੀ ਹੈ ਮਾਰਕਸਵਾਦੀ ਆਲੋਚਨਾ ਪ੍ਰਣਾਲੀ। ਨੰਬਰ 2 ਹੈ, ਜਿਵੇਂ ਕੋਈ ਵੀ ਸਾਹਿਤਕ ਰਚਨਾ ਬਿੰਬਾਂ, ਕਲਪਨਾ, ਜੁਗਤਾਂ, ਪ੍ਰਤੀਕਾਂ ਆਦਿ ਨਾਲ ਵੀ ਸਜਾਈ ਹੁੰਦੀ ਹੈ ਨਾ, ਰੂਪਕ ਪੱਖ ਕਿਹਾ ਜਾਂਦਾ ਇਹਨੂੰ। ਕੁਛ ਇੱਕ ਵਿਦਵਾਨ ਜਿਹੜੇ ਨੇ, ਕੁਛ ਇੱਕ ਵਿਚਾਰਧਾਰਾਵਾਂ ਜਿਹੀਆਂ ਨੇ ਜਿਹੜੀਆਂ ਰੂਪਕ ਪੱਖ ਵੱਲ ਨਾ ਬਹੁਤ ਧਿਆਨ ਦਿੰਦੀਆਂ ਨੇ, ਪਰ ਮਾਰਕਸਵਾਦੀ ਜਿਹੜੇ ਨੇ ਉਹ ਇਸ ਪੱਖ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਉਹ ਕਹਿੰਦੇ ਨੇ ਕਿ ਕੰਟੈਂਟ ਜੋ ਹੈ ਉਹ ਵਧੀਆ ਹੋਣਾ ਚਾਹੀਦਾ ਹੈ, ਵਸਤੂ ਮਤਲਬ ਕਿ ਜੋ ਥੀਮ ਹੈ ਕਿਸੇ ਵੀ ਲਿਟਰੇਚਰ ਦਾ, ਚਾਹੇ ਉਹ ਨਾਵਲ ਹੈ, ਚਾਹੇ ਉਹ ਨਾਟਕ ਹੈ, ਚਾਹੇ ਉਹ ਨਿੱਕੀ ਕਹਾਣੀ ਹੈ, ਚਾਹੇ ਉਹ ਕਵਿਤਾ ਹੈ, ਉਹਦਾ ਥੀਮ ਜੋ ਹੈ ਉਹ ਸਮਾਜ ਦੇ ਭਲੇ ਦੀ ਗੱਲ ਲਈ ਬਣਾਇਆ ਗਿਆ ਹੋਵੇ। ਲੇਖਕ ਜੋ ਹੈ, ਲੇਖਕ ਅਵੇਅਰ, ਬਿਲਕੁਲ ਅਵੇਅਰ ਹੋ ਕੇ ਅਜਿਹਾ ਲਿਟਰੇਚਰ ਲਿਖੇ ਕਿ ਉਹਨੂੰ ਕਲਾ ਸਾਹਿਤ ਲਈ ਉਹਦਾ ਮੋਟਿਵ ਹੋਵੇ, ਕਿ ਜੋ ਕੁਝ ਉਹ ਲਿਖ ਰਿਹਾ ਉਹ ਸਮਾਜ ਦੇ ਭਲੇ ਲਈ, ਕਲਾ ਸਮਾਜ ਲਈ ਦਾ ਉਹਦਾ ਮੋਟਿਵ ਹੋਵੇ, ਅਤੇ ਜੋ ਕੁਝ ਵੀ ਉਹ ਲਿਖ ਰਿਹਾ ਹੈ ਉਹ ਸਮਾਜ ਦੇ ਭਲੇ ਲਈ ਹੋਵੇ, ਸਮਾਜ ਨੂੰ ਉਹਦੇ ਨਾਲ ਕੋਈ ਨਾ ਕੋਈ ਸੇਧ ਮਿਲੇ। ਇਹ ਨਹੀਂ ਹੈ ਕਿ ਸਿਰਫ ਉਹ ਕਿਸੇ ਦੇ ਆਨੰਦ ਲਈ, ਕਿਸੇ ਦੇ ਸੁਹਜ ਲਈ ਲਿਖ ਰਿਹਾ ਹੈ। ਰੂਪਕ ਪੱਖ ਜੋ ਹੈ, ਤੁਸੀਂ ਬਹੁਤ ਸਾਰੇ ਕੁਐਸਚਨਾਂ 'ਚ ਬੇਟਾ ਤੁਸੀਂ ਕਰਦੇ ਹੋ ਕਲਾ ਪੱਖ ਜਾਂ ਰੂਪਕ ਪੱਖ, ਉਹਦੇ ਵੱਲ ਜੋ ਹੈ ਮਾਰਕਸਵਾਦੀ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਜਿਵੇਂ ਕੋਈ ਵੀ ਸਾਹਿਤਕ ਰਚਨਾ ਬਿੰਬਾਂ, ਕਲਪਨਾ, ਜੁਗਤਾਂ, ਪ੍ਰਤੀਕਾਂ ਆਦਿ ਨਾਲ ਸਜਾਈ ਹੁੰਦੀ ਹੈ, ਪਰੰਤੂ ਮਾਰਕਸਵਾਦੀ ਆਲੋਚਕ ਇਹਨਾਂ ਸਭ ਤੋਂ ਪਰੇ ਜਾ ਕੇ ਸਾਹਿਤਕ ਰਚਨਾ ਵਿੱਚ ਸਮਾਜਿਕ ਯਥਾਰਥ ਦੀ ਭਾਲ ਕਰਦੇ ਨੇ। ਮਤਲਬ ਕਿ ਜਿਵੇਂ ਸੇਖੋਂ ਹੈ ਨਾ, ਸੰਤ ਸਿੰਘ ਸੇਖੋਂ ਹੈ ਬੇਟਾ ਜਿਹੜਾ ਪੰਜਾਬੀ ਦਾ ਵਿਦਵਾਨ, ਉਹਦੇ ਤੁਸੀਂ ਜਿਹੜਾ ਤੁਹਾਡਾ ਐਸੇ ਪੇਪਰ ਦਾ ਜੋ ਤੁਹਾਡਾ 3rd ਯੂਨਿਟ ਹੈ ਉਹਦੇ ਤੁਸੀਂ ਆਲੋਚਨਾ ਵਾਲੀ ਟੋਪਿਕ ਵੀ ਕਰੋਗੇ। ਅਤੇ ਉਹਦੇ 'ਚ ਦੇਖੋ ਸੰਤ ਸਿੰਘ ਸੇਖੋਂ ਜੋ ਹੈ ਨਾ ਉਹ ਵਾਰਿਸ ਸ਼ਾਹ ਵਿੱਚ ਵੀ ਇਹਦੇ ਵਾਰਿਸ ਸ਼ਾਹ ਦੀ ਲਿਖੀ ਹੀਰ ਵਿੱਚ ਵੀ ਸਮਾਜਿਕ ਇਨਕਲਾਬ ਲੱਭਦਾ ਹੈਗਾ ਕਿ ਕਿੱਥੇ ਉਹਦੇ 'ਚ ਇਨਕਲਾਬ ਹੈਗਾ, ਜਦਕਿ ਉਹਨੂੰ ਤਾਂ ਆਪਾਂ ਪ੍ਰੇਮ ਕਹਾਣੀ ਕਹਿੰਦੇ ਹੈਗੇ ਨਾ। ਦੇਖੋ ਸੇਖੋਂ ਦੀ ਪ੍ਰਤੀਬੱਧਤਾ ਮਾਰਕਸਵਾਦ ਪ੍ਰਤੀ
ਕਿ ਉਹ ਬਾਬਾ ਫਰੀਦ ਦੀ ਬਾਣੀ 'ਚ ਵੀ ਇਨਕਲਾਬ ਲੱਭਣਾ ਚਾਹੁੰਦਾ ਹੈ, ਗੁਰਬਾਣੀ 'ਚ ਵੀ ਇਨਕਲਾਬ ਲੱਭਦਾ ਹੈ, ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਵਿੱਚ ਵੀ ਉਹ ਇਨਕਲਾਬ ਲੱਭਦਾ। ਮਤਲਬ ਕਿ ਇਹ ਇਹਨਾਂ ਦੀ ਪ੍ਰਤੀਬੱਧਤਾ ਹੈ। ਇਹ ਚਾਹੁੰਦੇ ਨੇ ਕਿ ਜੋ ਵੀ ਲਿਟਰੇਚਰ ਲਿਖਿਆ ਗਿਆ ਜੇਕਰ ਉਹ ਬਹੁਤ ਪ੍ਰਸਿੱਧ ਹੈ, ਮੁਬਾਰਕ, ਅਤੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਹਨੇ ਜੋ ਹੈ ਸਮਾਜ ਦੇ ਭਲੇ ਦੀ ਕੋਈ ਨਾ ਕੋਈ ਗੱਲ ਕੀਤੀ ਹੋਵੇ। ਤੀਜੀ ਜਿਹੜੀ ਧਾਰਨਾ ਹੈ ਮਾਰਕਸਵਾਦੀਆਂ ਦੀ ਉਹ ਹੈ ਕਿ ਮਾਰਕਸਵਾਦੀ ਸਾਹਿਤ ਰਚਨਾ ਨੂੰ ਰੱਬੀ ਦਾਤ ਨਹੀਂ ਮੰਨਦੇ। ਜਿਵੇਂ ਮੈਂ ਵੀ ਪਹਿਲਾਂ ਇਹ ਗੱਲ ਕਹਿ ਲੈਂਦੀ ਹੈਗੀ ਹਾਂ ਕਿ ਜਿਵੇਂ ਅਸੀਂ ਸਾਰੇ ਪੋਇਟਰੀ ਨਹੀਂ ਲਿਖ ਸਕਦੇ, ਉਹੀਓ ਬੰਦਾ ਪੋਇਟਰੀ ਲਿਖ ਸਕਦਾ ਜਿਹਦੇ ਅੰਦਰ ਇਹ ਗੁਣ ਰੱਬ ਨੇ ਪਾਇਆ ਹੋਵੇ, ਪਰ ਮਾਰਕਸਵਾਦੀ ਅਜਿਹਾ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿ ਲਿਟਰੇਚਰ ਨੂੰ ਲਿਖਣਾ, ਸਾਹਿਤ ਰਚਨਾ ਕੋਈ ਰੱਬੀ ਦਾਤ ਨਹੀਂ ਹੁੰਦੀ, ਸਗੋਂ ਠੋਸ ਸਮਾਜਿਕ ਆਧਾਰ ਇਹਦੀ ਉਪਜ ਹੁੰਦੀ ਹੈ। ਠੀਕ ਹੈ। ਨੈਕਸਟ ਵਿਚਾਰਧਾਰਾ ਹੈ 4 ਨੰਬਰ 'ਤੇ, ਸਾਹਿਤ ਸਮਾਜ ਵਿੱਚੋਂ ਪੈਦਾ ਹੋ ਕੇ ਹੀ ਉਸ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਲਿਟਰੇਚਰ ਜੋ ਹੈ, ਜਿਵੇਂ ਬੇਟਾ ਤੁਸੀਂ ਪਿਛਲੇ ਸਮੈਸਟਰ 'ਚ ਕੁਐਸਚਨ ਕੀਤਾ ਹੈ ਸਾਹਿਤ ਦੀ ਪ੍ਰਕਿਰਤੀ ਅਤੇ ਪ੍ਰਯੋਜਨ, ਉਹਦੇ 'ਚ ਤੁਸੀਂ ਕੀਤਾ ਕਿ ਲਿਟਰੇਚਰ ਇਜ਼ ਦਾ ਮਿਰਰ ਆਫ ਲਾਈਫ, ਅਤੇ ਮਤਲਬ ਕਿ ਸੁਸਾਇਟੀ ਜਿਹੜੀ ਹੈ ਉਹਦੀ ਪੇਸ਼ਕਾਰੀ ਸਾਹਿਤ 'ਚ ਕੀਤੀ ਜਾਂਦੀ ਹੈ, ਅਤੇ ਸਾਹਿਤ ਜੋ ਹੈ ਉਹਦੇ 'ਚ ਜੋ ਹੈ ਸਮਾਜ ਦੇ ਝਲਕਾਰੇ ਸਾਨੂੰ ਪੈਂਦੇ ਨੇ। ਅਤੇ ਕਾਰਲ ਮਾਰਕਸ, ਇਹਨਾਂ ਦਾ ਮਤ ਹੈ ਮਾਰਕਸਵਾਦੀਆਂ ਦਾ ਕਿ ਸਾਹਿਤ ਜਿਹੜਾ ਹੁੰਦਾ ਨਾ ਉਹ ਸਮਾਜ ਵਿੱਚੋਂ ਪੈਦਾ ਹੋ ਕੇ ਉਹਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਨੈਕਸਟ ਹੈ ਸਾਹਿਤ ਵਰਗ ਸੰਘਰਸ਼ ਵਿੱਚ ਯੋਗਦਾਨ ਪਾਉਂਦਾ ਹੈ। ਲਿਟਰੇਚਰ ਜੋ ਹੈ ਉਹਦਾ ਬਹੁਤ ਵੱਡਾ ਯੋਗਦਾਨ ਜੋ ਹੈ ਵਰਗ ਸੰਘਰਸ਼ ਵਿੱਚ, ਵਰਗ ਹੁੰਦਾ ਕਿ ਸਮਾਜ ਨੂੰ ਵਰਗਾਂ ਵਿੱਚ ਵੰਡ ਲਿਆ ਜਾਂਦਾ ਨਾ, ਕਿ ਫਲਾਣਾ ਵਰਗ ਜੋ ਹੈ ਇਹੀਓ ਕੰਮ ਕਰੇਗਾ, ਮਜ਼ਦੂਰੀ ਕਰੇਗਾ, ਫਲਾਣੇ ਰਾਜ ਕਰਨਗੇ, ਫਲਾਣੇ ਦਾ ਸਾਰੇ ਉਹਦੇ 'ਤੇ ਆਰਥਿਕਤਾ ਦੇ ਉੱਤੇ ਉਹਨਾਂ ਦਾ ਕਬਜ਼ਾ ਹੋਏਗਾ, ਫਲਾਣੇ ਰਾਜਨੀਤੀ ਕਰਨਗੇ, ਮਤਲਬ ਕਿ ਇਹਨੂੰ ਖਤਮ ਕਰਦਾ। ਸਾਹਿਤ ਜੋ ਹੈ ਵਰਗ ਸੰਘਰਸ਼ ਵਿੱਚ ਯੋਗਦਾਨ ਪਾਉਂਦਾ, ਲੋਕਾਂ ਨੂੰ ਅਵੇਅਰ ਕਰਦਾ ਇਹਦੇ ਪ੍ਰਤੀ। ਨੈਕਸਟ ਹੈ ਲੇਖਕ ਕੇਵਲ ਮਾਰਕਸਵਾਦ ਦੇ ਸਿਧਾਂਤਾਂ ਅਨੁਸਾਰ ਹੀ ਸਾਹਿਤ ਦਾ ਨਿਰਮਾਣ ਕਰੇ। ਮਾਰਕਸਵਾਦੀ ਚਾਹੁੰਦੇ ਨੇ ਕਿ ਮਾਰਕਸਵਾਦ ਦੇ ਸਿਧਾਂਤਾਂ ਅਨੁਸਾਰ ਹੀ ਸਾਹਿਤ ਦਾ ਨਿਰਮਾਣ ਕਰੇ। ਕਲਾ ਲਈ ਦੀ ਥਾਂ ਕਲਾ ਸਮਾਜ ਲਈ, ਕਲਾ ਜੋ ਵੀ ਕੁਝ ਲਿਖ ਰਿਹਾ ਉਹ ਸਮਾਜ ਦੇ ਭਲੇ ਲਈ ਲਿਖੇ। ਫਿਰ ਇਹ ਸਾਰੇ ਲੇਖਕ ਸਮਾਜ ਪ੍ਰਤੀ ਆਪਣੀ ਪ੍ਰਤੀਬੱਧਤਾ ਉੱਤੇ ਧਿਆਨ ਦੇ ਕੇ ਸਮਾਜਿਕ ਕਲਿਆਣ ਲਈ ਸਾਹਿਤ ਰਚਨਾ ਕਰਨ। ਸਾਰੇ ਲੇਖਕ ਜਿਹੜੇ ਵੀ ਲੇਖਕ ਨੇ ਉਹ ਆਪਣਾ ਇਹ ਫਰਜ਼ ਸਮਝਣ ਕਿ ਉਹ ਜੋ ਕੁਝ ਲਿਖ ਰਹੇ ਨੇ ਉਹ ਜੋ ਹੈ ਸਮਾਜਿਕ ਕਲਿਆਣ ਲਈ ਲਿਖਣ। ਜਿਵੇਂ ਬੇਟਾ ਹੁਣ ਜਿੰਨੇ ਵੀ ਆਪਣੇ ਪੰਜਾਬੀ ਦੇ ਸਿੰਗਰ ਨੇ ਨਾ, ਉਹਨਾਂ ਨੂੰ ਵੀ ਜੋ ਹੈ ਐਵੇਂ ਲੱਗਦਾ ਹੈ ਕਿ ਹੁਣ ਜੇਕਰ ਉਹਨਾਂ ਨੇ ਕਿਸਾਨ ਭਰਾਵਾਂ ਲਈ ਨਹੀਂ ਕੁਝ ਗਾਇਆ ਅਤੇ ਫਿਰ ਉਹਨਾਂ ਨੇ ਕੁਝ ਨਹੀਂ ਗਾਇਆ। ਇਸ ਲਈ ਉਹ ਵੀ ਆਪਣੀ ਪ੍ਰਤੀਬੱਧਤਾ ਜੋ ਹੈ ਕਿਸਾਨਾਂ ਲਈ ਦਿਖਾਉਂਦੇ ਨੇ ਜਦੋਂ ਕਿਸਾਨ ਅੰਦੋਲਨ ਸੰਬੰਧੀ ਕੋਈ ਗੀਤ ਗਾਉਂਦੇ ਨੇ। ਉਸੇ ਤਰ੍ਹਾਂ ਜੋ ਹੈ ਮਾਰਕਸਵਾਦੀ ਜਿਹੜੇ ਹੁੰਦੇ ਨੇ, ਮਾਰਕਸਵਾਦੀ ਜਿਹੜੇ ਅਜਿਹੇ ਅਵੇਅਰ ਲੇਖਕ ਹੁੰਦੇ ਨੇ, ਉਹ ਵੀ ਮਾਰਕਸਵਾਦ ਪ੍ਰਤੀ ਜੋ ਹੈ ਆਪਣੀ ਪ੍ਰਤੀਬੱਧਤਾ ਦਿਖਾਉਂਦੇ ਨੇ ਅਤੇ ਸਮਾਜ ਕਲਿਆਣ ਦੀ ਗੱਲ ਜੋ ਹੈ ਆਪਣੀ ਸਾਹਿਤ ਰਚਨਾ 'ਚ ਕਰਦੇ ਨੇ। ਹੁਣ ਲਾਸਟ ਧਾਰਨਾ ਜਿਹੜੀ ਹੈ ਉਹ ਇਹਨਾਂ ਦੀ ਇਹ ਹੈ ਕਿ ਕੋਰੀ ਭਾਵੁਕਤਾ ਵਾਲਾ ਅਤੇ ਦਿਸ਼ਾਹੀਨ ਸਾਹਿਤ ਮਾਰਕਸਵਾਦੀਆਂ ਨੂੰ ਪ੍ਰਵਾਨ ਨਹੀਂ। ਕੋਰੀ ਭਾਵੁਕਤਾ ਜਿਹਦੇ 'ਚ ਸਿਰਫ ਜੋ ਹੈ ਰੋਣਾ ਧੋਣਾ ਹੋਵੇ, ਅਜਿਹਾ ਲਿਟਰੇਚਰ ਜਿਹਦੇ 'ਚ ਕਿਸੇ ਦੇ ਦੁੱਖ ਦਾ, ਵਿਸ਼ਾਦ ਦਾ ਵਰਣਨ ਜਾਂ ਸੁੱਖ ਦਾ ਜਾਂ ਕਿਸੇ ਖੁਸ਼ੀਆਂ ਦਾ ਇਹਨਾਂ ਦਾ ਵਰਣਨ ਕੀਤਾ ਗਿਆ ਹੋਵੇ ਨਾ, ਉਹ ਇਹਨਾਂ ਨੂੰ ਪਸੰਦ ਨਹੀਂ ਮਾਰਕਸਵਾਦੀਆਂ ਨੂੰ। ਰੂਪਕ ਪੱਖ ਨੂੰ ਵੀ ਇਹ ਨਜ਼ਰਅੰਦਾਜ਼ ਕਰਦੇ ਨੇ। ਰੂਪਕ ਪੱਖ ਦੀ ਅਸੀਂ ਗੱਲ ਕਰ ਲਈ ਕਿ ਜਿਹਦੇ ਵਿੱਚ ਜੋ ਹੈ ਬਿੰਬ, ਅਲੰਕਾਰ, ਪ੍ਰਤੀਕ ਆਦਿ ਵਰਤੇ ਜਾਂਦੇ ਨੇ, ਇਹਨਾਂ ਨੂੰ ਕੋਈ ਖਾਸ ਮਹੱਤਤਾ ਮਾਰਕਸਵਾਦੀ ਨਹੀਂ ਦਿੰਦੇ। ਠੀਕ ਹੈ ਬੇਟਾ। ਬਾਕੀ ਜੋ ਤੁਹਾਡੇ ਕੋਲ ਨੋਟਸ ਨੇ ਉਹਦੇ ਵਿੱਚੋਂ ਤੁਸੀਂ ਇਹਨੂੰ ਕਰ ਲੈਣਾ। ਸਮਝ ਤੁਹਾਨੂੰ ਜੋ ਹੈ ਸੁਣ ਕੇ ਆ ਗਿਆ ਹੋਏਗਾ। ਓਕੇ ਬੇਟਾ, ਥੈਂਕ ਯੂ।